टीवी पंजाब देखने वाले सारे दर्शकों का स्वागत है जी। मैं हाँ मनदीप सिंह तो लैके हाजिर हाँ एक बार फिर टीवी पंजाब का खास न्यूज़ बुलेटिन ते पहला नज़र मारते हैं अज दी चोणवीं खबरों से। अंटारियो च बर्फीले तूफान नाल आवाजाही बुरे तरीके नाल प्रभावित। प्रीमियर डग फोर्ड भी नज़र आए सड़कों ते, कीती लोकां दी मदद। हैल्थ कनेडा ने दित्ती कोरोना वायरस लई गोली नूं मंजूरी। बीमार लोकां दा हुण हो सकेगा इलाज। इमीग्रेशन मंत्री वालों नवा ऐलान। नवे प्रवासियों ਲਈ $35 मिलियन का ऐलान। सरी च वापरिया सड़क हादसा। ਰੈਸਟੋਰੈਂਟ ਦੇ ਅੰਦਰ ਵੜੀ ਕਾਰ ਅਤੇ ਕਿਊਬਕ ਵਿੱਚ ਕੋਰੋਨਾ ਕਰਕੇ 54 ਹੋਰ ਲੋਕਾਂ ਦੀ ਮੌਤ। ਅੰਟਾਰੀਓ 'ਚ ਵੀ ਵਧੀ ਗਿਣਤੀ। ਸੋ ਇਹ ਸੀ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਖਬਰਾਂ ਵਿਸਥਾਰ ਨਾਲ। ਅੰਟਾਰੀਓ ਵਿੱਚ ਜਿਸ ਤਰੀਕੇ ਦੀ ਭਵਿੱਖਬਾਣੀ ਕੀਤੀ ਜਾ ਰਹੀ ਸੀ, ਬਿਲਕੁਲ ਉਸੇ ਤਰੀਕੇ ਦਾ ਹੀ ਬਰਫੀਲਾ ਤੂਫਾਨ ਇਸ ਵਕਤ ਆ ਚੁੱਕਿਆ ਔਰ ਜਿਸ ਨੇ ਆਮ ਜਨ ਜੀਵਨ ਪੂਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੋਇਆ। ਵੱਡੀ ਗਿਣਤੀ 'ਚ ਲੋਕ ਇਸ ਵਕਤ ਘਰਾਂ 'ਚ ਬੰਦ ਨੇ। ਕਈ ਇਲਾਕਿਆਂ 'ਚ ਬਿਜਲੀ ਵੀ ਗਈ ਆ, ਸੜਕ ਹਾਦਸੇ ਵੀ ਵਧੇ ਨੇ ਔਰ ਕਈ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਔਰ ਕਈ ਸਾਲ ਪੁਰਾਣਾ ਰਿਕਾਰਡ ਇਸ ਬਰਫੀਲੇ ਤੂਫਾਨ ਨੇ ਤੋੜਿਆ ਔਰ ਪੀਅਰਸਨ 에ਅਰਪੋਰਟ ਦੇ ਉੱਤੇ 45 ਸੈਂਟੀਮੀਟਰ ਤੋਂ ਵੱਧ ਦੀ ਬਰਫ਼ਬਾਰੀ ਹੋ ਚੁੱਕੀ ਆ ਤੇ 60 ਸੈਂਟੀਮੀਟਰ ਬਰਫ਼ਬਾਰੀ ਹੋਣ ਦੀ ਆਸ਼ੰਕਾ ਜਿਹੜੀ ਉਹ ਜਤਾਈ ਜਾ ਰਹੀ ਆ। ਸੋ ਇਸ ਵਕਤ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਉੱਥੇ ਕਰਨਾ ਪੈ ਰਿਹਾ ਹੈ। एनवायरमेंट कनेडा वालों जिस तरीके की भविष्यवाणी की गई सी, अंटारियो च उस तरीके नाल ही बर्फीले तूफान ने आमद की है अते जिसने आम जन जीवन बुरे तरीके नाल प्रभावित कर दिता है अते बीती रात इन्नी भारी बर्फबारी हुई कि कई थावां ते 57 साल पुराना बर्फबारी का रिकॉर्ड भी टुट गया। एनवायरमेंट कनेडा वालों पहलां 25 तो 40 सेंटीमीटर तक की भारी बर्फबारी की उम्मीद की जा रही सी, पर हुण उम्मीद की जा रही है कि अज दिन के अखीर तक 60 सेंटीमीटर तक की बर्फबारी हो सकती है अते कई थावां ते 45 सेंटीमीटर तक की बर्फबारी पै चुकी है। जानकारी अनुसार टोरंटो डाउनटाउन विच 38 सेंटीमीटर बर्फबारी हुई है, जबकि इस दे नाल ही नॉर्थ इटोबिको इलाके विच 45 सेंटीमीटर की बर्फबारी हुई है। उत्थे ही पीयरसन एयरपोर्ट उत्ते 45.5 सेंटीमीटर की बर्फबारी हुई है। जानकारी अनुसार 1965 ਦੇ ਵਿੱਚ ਇੰਨੀ ਭਾਰੀ ਬਰਫ਼ਬਾਰੀ ਹੋਈ ਸੀ, ਜਿਸ ਤੋਂ ਬਾਅਦ ਅੱਜ ਇਹ ਰਿਕਾਰਡ ਦਰਜ ਕੀਤਾ ਗਿਆ। ਉੱਥੇ ਹੀ ਟੋਰਾਂਟੋ ਦੇ ਇਲਾਕੇ ਵਿੱਚ 30 ਸੈਂਟੀਮੀਟਰ ਦੀ ਬਰਫ਼ਬਾਰੀ 2008 ਵਿੱਚ ਹੋਈ ਸੀ, ਜਿਸ ਤੋਂ ਬਾਅਦ ਅੱਜ ਰਿਕਾਰਡ ਬਰਫ਼ਬਾਰੀ ਹੋਈ ਹੈ। ਟੋਰਾਂਟੋ 'ਚ ਹੋਈ ਇਸ ਬਰਫ਼ਬਾਰੀ ਨੇ ਆਮ ਜਨ ਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਭਾਰੀ ਬਰਫ਼ਬਾਰੀ ਦੇ ਨਾਲ ਹੀ ਸੜਕ ਹਾਦਸਿਆਂ ਦੀ ਗਿਣਤੀ ਵੀ ਵੱਧ ਚੁੱਕੀ ਹੈ। ਉੱਥੇ ਹੀ ਸਾਰੇ ਅੰਟਾਰੀਓ ਦੇ ਮੇਜਰ ਹਾਈਵੇ ਇਸ ਵਕਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ ਨੇ, ਜਿੱਥੇ ਕਈ ਵੱਡੀ ਗਿਣਤੀ ਵਿੱਚ ਗੱਡੀਆਂ ਫਸੀਆਂ ਹੋਈਆਂ ਨੇ ਅਤੇ ਹਾਈਵੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਪਰ ਇਸ ਦੇ ਨਾਲ ਹੀ ਲੋਕਾਂ ਨੂੰ ਫਿਲਹਾਲ ਘਰਾਂ ਵਿੱਚ ਰਹਿਣ ਲਈ ਆਖਿਆ ਜਾ ਰਿਹਾ ਹੈ। ਭਾਰੀ ਬਰਫ਼ਬਾਰੀ ਨੂੰ ਸੜਕੋਂ ਤੋਂ ਹਟਾ ਕੇ ਸਾਫ਼ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਵਕਤ ਬੱਸ ਸਰਵਿਸ ਵੀ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ ਅਤੇ ਪਬਲਿਕ ਟਰਾਂਸਪੋਰਟ ਕਈ ਥਾਵਾਂ ਤੇ ਬਿਲਕੁਲ ਬੰਦ ਹੋ ਗਈ ਹੈ। ਬਰਫ਼ਬਾਰੀ ਦੇ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਵਿਜ਼ਿਬਿਲਟੀ ਵੀ ਕਾਫੀ ਘਟ ਗਈ ਹੈ, ਜਿਸ ਕਾਰਨ ਡਰਾਈਵਿੰਗ ਕਰਨ ਵਿੱਚ ਵੀ ਕਾਫੀ ਔਖ ਆ ਰਹੀ ਹੈ ਅਤੇ ਇਸ ਲਈ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਅੱਜ ਤੋਂ ਅੰਟਾਰੀਓ ਵਿੱਚ ਸਕੂਲ ਵੀ ਖੁੱਲ੍ਹਣੇ ਸਨ, ਪਰ ਬਹੁਤੇ ਇਲਾਕਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ। ਇਹ ਭਾਰੀ ਬਰਫ਼ਬਾਰੀ ਅੰਟਾਰੀਓ ਅਤੇ ਅੰਟਾਰੀਓ ਨਾਲ ਲੱਗਦੇ ਕਿਊਬਕ ਦੇ ਕਈ ਸ਼ਹਿਰਾਂ ਵਿੱਚ ਵੀ ਹੋਈ ਹੈ। ਕਈ ਥਾਵਾਂ ਤੇ ਪੁਲਿਸ ਵੱਲੋਂ ਫਸੀਆਂ ਗੱਡੀਆਂ ਕੱਢੀਆਂ ਗਈਆਂ ਅਤੇ ਕੁਝ ਗੱਡੀਆਂ ਤਿਲਕ ਕੇ ਡਿੱਚ ਵਿੱਚ ਵੀ ਡਿੱਗੀਆਂ, ਜਿਸ ਨੂੰ ਪੁਲਿਸ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਇਸ ਦੇ ਨਾਲ ਉਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਅੱਜ ਘਰੋਂ ਨਾ ਨਿਕਲਿਆ ਜਾਵੇ, ਕਿਉਂਕਿ ਇਸ ਵਕਤ ਹਾਲੇ ਹੋਰ ਬਰਫ਼ਬਾਰੀ ਦੀ ਉਮੀਦ ਕੀਤੀ ਜਾ ਰਹੀ ਹੈ। Good morning, everybody. It's Acting Sergeant Ed Sanchuk with West Region OPP Headquarters. If you don't have to go out today, please do me a favor. Please stay at home. Right now, OPP officers in West Region are responding to some collisions with vehicles in the ditch. We are actually right now at St. John's Road in Norfolk County. And St. John's Road East is closed between Cockshot Road and Marburg Road for a police investigation. There's absolutely no threat to public safety. However, coming down to this call, visibility was extremely poor. At times, visibility was zero. So if you are heading out, please reduce your speed. Please make sure you're aware of your surroundings at all times and slow down. I don't want to sound like a broken record. We are responding to a few vehicles in the ditch right now, but as the day progresses, I'll definitely bring you updates once they become available to me. But as I'm standing here, you can see the snow in the background. Make sure your windows on your vehicles are completely clear. Just sitting here right now, we've got such a buildup of slush on it already from the falling snow. So just another reminder to clear off all your windows on your vehicles. If you can't see it, how are you going to avoid it?
do the best you can do, but more importantly, get home safe to your families. If I do have any further updates, I'll definitely bring those to you. But again, the best place for you to be right now will probably be the safest spot would be at home. We do have a few vehicles that I'm standing here right now. Some of them are in the ditch right here behind me. So again, if you don't need to travel, please stay at home. If you are heading out, not to sound like a broken record, reduce your speed, drive according to the road and weather conditions, and when you see snow, it's kind of hard not to, go slow. Please make sure you take care, stay safe, and get home safe to your families, and I'll talk to you soon. Thanks, everyone. ਭਾਰੀ ਬਰਫੀਲੇ ਤੂਫਾਨ ਕਾਰਨ ਅੱਜ ਆਵਾਜਾਈ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਈ। ਬਹੁਤ ਸਾਰੀਆਂ ਗੱਡੀਆਂ ਸਨੋ ਦੇ ਵਿੱਚ ਫਸ ਗਈਆਂ ਕਿਉਂਕਿ ਗੱਡੀਆਂ ਦੇ ਉੱਪਰ ਅਤੇ ਆਸੇ-ਪਾਸੇ ਕਈ ਫੁੱਟ ਦੀ ਜਿਹੜੀ ਬਰਫ਼ ਸੀ ਉਹ ਚੜ੍ਹ ਗਈ ਸੀ, ਜਿਸ ਕਰਕੇ ਗੱਡੀਆਂ ਨੂੰ ਕੱਢਣ ਵਿੱਚ ਵੀ ਕਾਫੀ ਪਰੇਸ਼ਾਨੀ ਆ ਰਹੀ ਸੀ। ਔਰ ਇਸ ਤੋਂ ਲੈ ਕੇ ਅੱਜ ਅੰਟਾਰੀਓ ਦੇ ਮੁੱਖ ਮੰਤਰੀ ਖੁਦ ਮੈਦਾਨ ਵਿੱਚ ਨਜ਼ਰ ਆਏ, ਜਿਨ੍ਹਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਈ ਮਜ਼ੇਦਾਰ ਟਿੱਪਣੀਆਂ ਵੀ ਦੇਖਣ ਨੂੰ ਮਿਲੀਆਂ। ਔਰ ਕੁਝ ਲੋਕਾਂ ਨੇ ਉਹਨਾਂ ਦੀ ਤੁਲਨਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਕਰਦੇ ਨਜ਼ਰ ਆਏ ਕਿ ਖੁਦ ਅੱਜ ਉਹ ਜਿਹੜੇ ਆ ਇਸ ਵਕਤ ਸੜਕ ਤੇ ਆ ਕੇ ਬਰਫ਼ ਹਟਾ ਰਹੇ ਸਨ। ਜਿਹੜੇ ਲੋਕ ਸਨੋ 'ਚ ਫਸੇ ਸੀ ਉਹਨਾਂ ਨੂੰ ਲਿਫਟ ਦੇ ਕੇ ਘਰੇ ਪਹੁੰਚਾ ਰਹੇ ਸਨ। ਇਸ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਕੀਤੀ ਜਾ ਰਹੀ ਹੈ। ਅੰਟਾਰੀਓ 'ਚ ਅੱਜ ਬਰਫੀਲੇ ਤੂਫਾਨ ਨੇ ਆਮ ਜਨਜੀਵਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਦਿੱਤਾ। ਇਸ ਤੂਫਾਨ ਕਾਰਨ ਸੜਕਾਂ ਦੀ ਹਾਲਤ ਬੇਹੱਦ ਮੰਦੀ ਹੋ ਗਈ ਅਤੇ ਬਹੁਤ ਸਾਰੀਆਂ ਗੱਡੀਆਂ ਸੜਕ ਉੱਤੇ ਫਸ ਗਈਆਂ ਅਤੇ ਇਸੇ ਦੌਰਾਨ ਹੀ ਟੋਰਾਂਟੋ ਦੇ ਡਾਊਨਟਾਊਨ ਵਿੱਚ ਅੰਟਾਰੀਓ ਦੇ ਪ੍ਰੀਮੀਅਰ ਸੜਕ ਤੇ ਖੁਦ ਨਿਕਲੇ ਅਤੇ ਉਹਨਾਂ ਨੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਤਸਵੀਰਾਂ ਵਿੱਚ ਨਜ਼ਰ ਆਇਆ ਕਿ ਡਗ ਫੋਰਡ ਆਪਣੇ ਹੱਥਾਂ ਨਾਲ ਸਨੋ ਹਟਾ ਕੇ ਗੱਡੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਦੌਰਾਨ ਡਗ ਫੋਰਡ ਨੇ ਕਿਹਾ ਕਿ ਉਹ ਆਪਣੇ 4x4 ਪਿਕਅਪ ਵਿੱਚ ਬਾਹਰ ਨਿਕਲੇ ਨੇ ਅਤੇ ਹੁਣੇ ਉਹ ਇੱਕ ਵਿਅਕਤੀ ਨੂੰ ਉਸ ਦੇ ਘਰ ਛੱਡ ਕੇ ਆਏ ਨੇ। ਇਸ ਦੇ ਨਾਲ ਡਗ ਫੋਰਡ ਨੇ ਇਹ ਵੀ ਅਪੀਲ ਕੀਤੀ ਕਿ ਲੋਕ ਜੇ ਹੋ ਸਕੇ ਤਾਂ ਘਰ ਰਹਿਣ ਅਤੇ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਦੀ ਮਦਦ ਵੀ ਜ਼ਰੂਰ ਕੀਤੀ ਜਾਵੇ। ਡਗ ਫੋਰਡ ਨੇ ਕਿਹਾ ਕਿ ਬਹੁਤ ਸਮੇਂ ਬਾਅਦ ਸੂਬੇ ਵਿੱਚ ਇਸ ਤਰੀਕੇ ਦੀ ਬਰਫ਼ਬਾਰੀ ਹੋਈ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਗ ਫੋਰਡ ਨੇ ਲੋਕਾਂ ਨੂੰ ਇਸ ਦੌਰਾਨ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਜੇਕਰ ਕਿਹਾ ਕਿ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਤਾਂ ਤੁਸੀਂ ਆਪਣੇ ਘਰ ਰਹੋ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਕੋਲ 4x4 ਕਾਰ ਹੈ ਤਾਂ ਤੁਸੀਂ ਕਿਸੇ ਸਨੋ ਵਿੱਚ ਸਟਕ ਹੋਏ ਵਿਅਕਤੀ ਨੂੰ ਉਸ ਦੇ ਘਰ ਤੱਕ ਪਹੁੰਚਾ ਸਕਦੇ ਹੋ ਜਾਂ ਉਸ ਦੀ ਮਦਦ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਭਾਰੀ ਬਰਫ਼ਬਾਰੀ ਦੇ ਕਾਰਨ ਅੰਟਾਰੀਓ ਦੇ ਵੱਡੇ ਹਾਈਵੇਆਂ ਉੱਤੇ ਵੀ ਟ੍ਰੈਫਿਕ ਪੂਰੇ ਤਰੀਕੇ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਨੂੰ ਦੁਬਾਰਾ ਸੁਚਾਰੂ ਰੂਪ ਵਿੱਚ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਹਾਲੇ ਵੀ ਸ਼ਾਮ ਤੱਕ 60 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜਿੱਥੇ ਕਿ 45 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਕਈ ਥਾਵਾਂ ਤੇ ਹੋ ਚੁੱਕੀ ਹੈ। ਇਸ ਬਰਫ਼ਬਾਰੀ ਤੋਂ ਬਾਅਦ ਕਈ ਥਾਵਾਂ ਤੇ ਠੰਡ ਵੀ ਵੱਧ ਸਕਦੀ ਹੈ ਅਤੇ ਟੈਂਪਰੇਚਰ -15 ਤੱਕ ਜਾਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਹੈਲਥ ਕੈਨੇਡਾ ਨੇ ਕੋਰੋਨਾ ਵਾਇਰਸ ਤੇ ਨਵੇਂ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪਹਿਲਾਂ ਤਾਂ ਹੁਣ ਤੱਕ ਟੀਕੇ ਹੀ ਲੱਗਦੇ ਆ ਰਹੇ ਸੀ ਤੇ ਹੁਣ ਇੱਕ ਗੋਲੀ ਵੀ ਜਿਹੜੀ ਆ ਉਹਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਅਤੇ ਜਲਦ ਹੀ ਇਹ ਗੋਲੀ ਲੋਕਾਂ ਵਿੱਚ ਵੰਡਣੀ ਵੀ ਸ਼ੁਰੂ ਹੋ ਜਾਵੇਗੀ, ਪਰ ਇਹ ਗੋਲੀ ਡਾਕਟਰ ਦੀ ਸਲਾਹ ਨਾਲ ਹੀ ਦਿੱਤੀ ਜਾਵੇਗੀ। ਮਾਰਚ ਤੱਕ ਉਮੀਦ ਹੈ ਕਿ ਕੈਨੇਡਾ ਕੋਲ 1 ਲੱਖ ਤੋਂ ਵੱਧ ਗੋਲੀਆਂ ਆ ਜਾਣਗੀਆਂ ਅਤੇ 30 ਲੱਖ ਪਹਿਲਾਂ ਹੀ ਜਿਹੜੀਆਂ ਉਹ ਵੰਡ ਦਿੱਤੀਆਂ ਗਈਆਂ ਨੇ, ਕਿਉਂਕਿ ਜੋ ਪਹਿਲਾਂ ਕੈਨੇਡਾ ਕੋਲ ਪਹੁੰਚੀਆਂ ਹੋਈਆਂ ਸਨ। ਸੋ ਇਸ ਗੋਲੀ ਨਾਲ ਕੈਨੇਡਾ ਦੇ ਕਈ ਮੁੱਖ ਮੰਤਰੀਆਂ ਨੇ ਵੀ ਰਾਹਤ ਦਾ ਸਾਹ ਲਈ ਹੈ, ਕਿਉਂਕਿ ਇਸ ਵਕਤ ਹਸਪਤਾਲਾਂ 'ਚ ਲੋਕਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ, ਜੋ ਇਸ ਗੋਲੀ ਨਾਲ ਘਟ ਸਕਦੀ ਹੈ। ਕੋਵਿਡ-19 ਦੇ ਖਿਲਾਫ ਕੈਨੇਡਾ ਵਿੱਚ ਪਹਿਲੀ ਭਾਵਕੀ ਗੋਲੀ ਨੂੰ ਮਨਜ਼ੂਰੀ ਮਿਲ ਗਈ ਹੈ। ਹੈਲਥ ਕੈਨੇਡਾ ਵੱਲੋਂ ਅੱਜ ਫਾਈਜ਼ਰ ਵੱਲੋਂ ਬਣਾਈ ਗਈ ਐਂਟੀਵਾਇਰਲ ਪਿਲ ਨੂੰ ਮਨਜ਼ੂਰੀ ਦੇ ਦਿੱਤੀ ਗਈ। ਹੁਣ ਤੱਕ ਕੋਵਿਡ-19 ਤੋਂ ਬਚਾਅ ਲਈ ਸਿਰਫ ਟੀਕੇ ਹੀ ਲੱਗ ਰਹੇ ਸਨ, ਪਰ ਹੁਣ ਕੋਵਿਡ-19 ਤੋਂ ਬਿਮਾਰ ਲੋਕਾਂ ਨੂੰ ਗੋਲੀ ਵੀ ਦਿੱਤੀ ਜਾ ਸਕੇਗੀ ਅਤੇ ਕੋਵਿਡ-19 ਦੀ ਪਹਿਲੀ ਦਵਾਈ ਹੋਵੇਗੀ ਜੋ ਘਰ ਤੇ ਵਰਤੀ ਜਾ ਸਕਦੀ ਹੈ। ਇਸ ਸੰਬੰਧੀ ਹੈਲਥ ਕੈਨੇਡਾ ਵੱਲੋਂ ਦੱਸਿਆ ਗਿਆ ਕਿ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਇਸ ਗੋਲੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਇਹ ਗੋਲੀ ਨਹੀਂ ਦਿੱਤੀ ਜਾ ਸਕਦੀ। ਡਾਕਟਰ ਦੀ ਸਲਾਹ ਤੋਂ ਬਾਅਦ ਅਤੇ ਇਸ ਦੇ ਨਾਲ ਹੀ ਹਾਈ ਰਿਸਕ ਅਤੇ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਨੂੰ ਇਹ ਗੋਲੀ ਦਿੱਤੀ ਜਾਵੇਗੀ। ਫਾਈਜ਼ਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਇਸ ਗੋਲੀ ਦਾ ਟ੍ਰਾਇਲ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਹਸਪਤਾਲਾਂ ਵਿੱਚ ਲੋਕਾਂ ਨੂੰ ਦਾਖਲ ਕਰਾਉਣ ਅਤੇ ਇਸ ਦੇ ਨਾਲ ਹੀ ਮੌਤ ਦੀ ਦਰ ਨੂੰ ਵੀ ਘਟਾਉਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਸ ਦਾ ਡਾਟਾ ਹੈਲਥ ਕੈਨੇਡਾ ਕੋਲ ਜਮ੍ਹਾਂ ਕਰਵਾਇਆ ਗਿਆ
ਅਤੇ ਹੈਲਥ ਕੈਨੇਡਾ ਨੇ ਆਪਣੀ ਜਾਂਚ ਤੋਂ ਬਾਅਦ ਹੁਣ ਇਸ ਗੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਜੂਦਾ ਵੇਰੀਐਂਟ ਓਮਿਕਰੋਨ ਉੱਤੇ ਵੀ ਇਹ ਗੋਲੀ ਅਸਰਦਾਰ ਸਿੱਧ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਵਕਤ ਕੈਨੇਡਾ ਦੇ ਹਸਪਤਾਲਾਂ ਵਿੱਚ ਵੱਡੀ ਗਿਣਤੀ 'ਚ ਮਰੀਜ਼ ਦਾਖਲ ਨੇ ਅਤੇ ਇਸ ਦੇ ਨਾਲ ਹੀ ਵੱਧ ਕੇਸ ਓਮਿਕਰੋਨ ਨਾਲ ਸੰਬੰਧਿਤ ਹੀ ਆ ਰਹੇ ਨੇ। ਫਾਈਜ਼ਰ ਕੰਪਨੀ ਦੇ ਬ੍ਰਾਂਡ ਵੈਕਸਲਵਿਡ ਵੱਲੋਂ 2 ਤਰ੍ਹਾਂ ਦੀਆਂ ਗੋਲੀਆਂ ਬਣਾਈਆਂ ਗਈਆਂ ਨੇ। ਇਹ ਗੋਲੀਆਂ ਇੱਕੋ ਪੈਕਿੰਗ ਵਿੱਚ ਹੋਣਗੀਆਂ ਅਤੇ ਇਹ 5 ਦਿਨ ਤੋਂ ਵੱਧ ਨਹੀਂ ਲਈ ਜਾ ਸਕੇਗੀ ਅਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਇਹ ਗੋਲੀ ਕਿਸੇ ਨੂੰ ਨਹੀਂ ਮਿਲੇਗੀ। ਇਸ ਗੋਲੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅੰਟਾਰੀਓ ਦੇ ਪ੍ਰੀਮੀਅਰ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਇਸ ਨੂੰ ਇੱਕ ਚੰਗੀ ਖਬਰ ਦੱਸਦਿਆਂ ਕਿਹਾ ਕਿ ਉਹਨਾਂ ਕੋਲ ਹੁਣ ਕਰੋਨਾ ਨਾਲ ਲੜਨ ਦਾ ਇੱਕ ਹੋਰ ਹਥਿਆਰ ਆ ਗਿਆ ਹੈ ਅਤੇ ਉਹਨਾਂ ਨੇ ਉਮੀਦ ਪ੍ਰਗਟ ਕੀਤੀ ਕਿ ਉਹ ਇਸੇ ਹਫ਼ਤੇ ਹੀ 10,000 ਖੁਰਾਕਾਂ ਇਸ ਗੋਲੀ ਦੀਆਂ ਰਿਸੀਵ ਕਰਨਗੇ, ਜਿਸ ਨਾਲ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇਗਾ। ਇਸ ਸੰਬੰਧੀ ਕੈਨੇਡਾ ਦੇ ਸਿਹਤ ਮੰਤਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਾਰਚ ਤੱਕ ਕੈਨੇਡਾ ਕੋਲ 1,20,000 ਦੇ ਕਰੀਬ ਗੋਲੀਆਂ ਆ ਜਾਣ ਦੀ ਉਮੀਦ ਹੈ ਅਤੇ 30,000 ਉਹਨਾਂ ਵੱਲੋਂ ਪਹਿਲਾਂ ਹੀ ਵੰਡ ਦਿੱਤੀਆਂ ਗਈਆਂ ਨੇ। Each treatment comes with 10 actual pills, 5 days, 2 pills every day, and we expect those treatments to be, as I said earlier, quickly used by clinicians across Canada, not for all purposes. 30,000 treatments have already arrived. 120,000 will arrive between now and the end of March. Each treatment comes with 10 actual pills, 5 days, 2 pills every day, and we expect those treatments to be, as I said earlier, quickly used by clinicians across Canada, not for all purposes. Obviously, the directives, the guidelines provided by experts in collaboration with provinces and territories, these guidelines are very important, and they've been not only prepared but shared with experts and provincial and territorial leaders over the last few weeks. So we expect that to come quickly and to not only to save lives. ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਨਵਾਂ ਐਲਾਨ ਕੀਤਾ ਗਿਆ, ਜਿਹਦੇ ਲਈ ਉਹਨਾਂ ਨੇ $35 ਮਿਲੀਅਨ ਦੀ ਫੰਡਿੰਗ ਜਿਹੜੀ ਹੈ ਉਹ ਐਲਾਨ ਕੀਤੀ ਹੈ। ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਜਿਹੜੇ ਪੇਂਡੂ ਇਲਾਕਿਆਂ ਵਿੱਚ ਕੈਨੇਡਾ 'ਚ ਆਬਾਦੀ ਘੱਟ ਹੈ ਉੱਥੇ ਵੱਧ ਤੋਂ ਵੱਧ ਨਵੀਂ ਇਮੀਗ੍ਰੇਸ਼ਨ ਜਿਹੜੀ ਉਹ ਜਾ ਕੇ ਸੈਟਲ ਹੋਵੇ। ਸੋ ਉਹਦੇ ਲਈ ਕਈ ਪ੍ਰੋਗਰਾਮ ਵੀ ਚਲਾਏ ਜਾਂਦੇ ਆ, ਕੁਝ ਇਮੀਗ੍ਰੇਸ਼ਨ ਨਾਲ ਜੁੜੇ ਹੁੰਦੇ ਆ, ਕੁਝ ਉਹਨਾਂ ਦੀ ਮਦਦ ਲਈ ਹੁੰਦੇ ਆ। ਸੋ ਇਦਾਂ ਦੇ ਹੀ ਅੱਜ ਇੱਕ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵੀ ਸ਼ਾਮਲ ਹੈ। ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਛੋਟੇ ਸ਼ਹਿਰਾਂ ਵਿੱਚ ਸੈਟਲ ਕਰਨ ਲਈ ਅੱਜ ਇੱਕ ਵੱਡੀ ਫੰਡਿੰਗ ਦਾ ਐਲਾਨ ਕੀਤਾ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਅੱਜ $35 ਮਿਲੀਅਨ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਇਹ ਫੰਡਿੰਗ 4 ਸੂਬਿਆਂ ਵਿੱਚ ਕੰਮ ਕਰੇਗੀ ਅਤੇ ਪਹਿਲਾਂ ਤੋਂ ਜਿਹੜੇ ਨਵੇਂ ਇਮੀਗ੍ਰੈਂਟਸ ਨੂੰ ਛੋਟੇ ਸ਼ਹਿਰਾਂ ਵਿੱਚ ਸੈਟਲ ਕਰਨ ਦੇ ਪ੍ਰੋਗਰਾਮ ਚੱਲ ਰਹੇ ਨੇ ਉਹਨਾਂ ਉੱਤੋਂ ਬੋਝ ਨੂੰ ਇਹ ਘਟਾਵੇਗੀ। ਇਸ ਸੰਬੰਧੀ ਐਲਾਨ ਕਰਦਿਆਂ ਕਿਹਾ ਕਿ 35 ਮਿਲੀਅਨ ਦੇ ਵਿੱਚੋਂ $21 ਮਿਲੀਅਨ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ ਅਤੇ ਨਿਊ ਬ੍ਰਿੰਸਵਿਕ ਵਰਗੇ ਸੂਬਿਆਂ ਵਿੱਚ ਖਰਚਿਆ ਜਾਵੇਗਾ। ਇਹ 9 ਪ੍ਰੋਗਰਾਮਾਂ ਵਿੱਚ $21 ਮਿਲੀਅਨ ਵੰਡਿਆ ਜਾਵੇਗਾ ਅਤੇ ਇਹਨਾਂ 4 ਸੂਬਿਆਂ ਵਿੱਚ ਛੋਟੇ ਸ਼ਹਿਰਾਂ ਵਿੱਚ ਵਸਣ ਵਾਲੇ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ ਤਾਂ ਕਿ ਉਹ ਆਸਾਨੀ ਨਾਲ ਉੱਥੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ। ਇਸ ਦੇ ਨਾਲ ਹੀ $14 ਮਿਲੀਅਨ ਅਲੱਗ ਰੱਖਿਆ ਗਿਆ ਜੋ ਕਿ ਫ੍ਰੈਂਚ ਸਪੀਕਿੰਗ ਪ੍ਰਵਾਸੀਆਂ ਲਈ ਖਰਚਿਆ ਜਾਵੇਗਾ ਜੋ ਕੈਨੇਡਾ ਦੇ ਪ੍ਰੇਰੀਸ ਇਲਾਕਿਆਂ ਵਿੱਚ ਆ ਕੇ ਵਸਣਗੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿਹਾ ਕਿ ਜਿਹੜੇ ਨਵੇਂ ਪ੍ਰਵਾਸੀ ਆਉਣਗੇ ਉਹਨਾਂ ਨੂੰ ਇੱਥੇ ਜੌਬ ਸਕਿੱਲ, ਲੈਂਗੁਏਜ ਇੰਗਲਿਸ਼ ਅਤੇ ਫ੍ਰੈਂਚ ਸਿੱਖਣ ਦੇ ਵਿੱਚ ਵੀ ਮਦਦ ਕੀਤੀ ਜਾਵੇਗੀ ਤਾਂ ਕਿ ਉਹ ਜਲਦੀ ਹੀ ਆਪਣੇ ਫੁੱਲ ਪੋਟੈਂਸ਼ੀਅਲ ਤੇ ਕੰਮ ਸ਼ੁਰੂ ਕਰ ਸਕਣ। ਇਸ ਦੇ ਨਾਲ ਹੀ ਅੱਜ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਕੈਨੇਡਾ ਵੱਲੋਂ ਸੈੱਟ ਕੀਤੇ ਗਏ ਟਾਰਗੇਟ ਤੇ ਵੀ ਗੱਲ ਕੀਤੀ। ਉਹਨਾਂ ਵੱਲੋਂ ਕਿਹਾ ਗਿਆ ਕਿ ਕੈਨੇਡਾ ਵੱਲੋਂ ਪਿਛਲੇ ਸਾਲ ਹੀ 12 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ 2023 ਤੱਕ ਕੈਨੇਡਾ 'ਚ ਲਿਆਉਣ ਦਾ ਟਾਰਗੇਟ ਮਿੱਥਿਆ ਗਿਆ ਸੀ ਅਤੇ ਉਹਨਾਂ ਨੇ ਕਿਹਾ ਕਿ ਫਿਲਹਾਲ ਕੈਨੇਡਾ ਦੇ ਟਾਰਗੇਟ ਇਹੀ ਰਹਿਣਗੇ, ਪਰ ਉਹਨਾਂ ਇਹ ਕਿਹਾ ਕਿ ਇਸ ਵਕਤ ਟਾਰਗੇਟ ਨੂੰ ਮੀਟ ਕਰਨ ਲਈ ਲੋੜ ਨਾਲੋਂ ਜ਼ਿਆਦਾ ਤੇਜ਼ੀ ਤੇ ਕੰਮ ਉਹ ਕਰ ਰਹੇ ਨੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ 2020 ਦੇ ਵਿੱਚ ਕਾਫੀ ਆਪਣੇ ਟਾਰਗੇਟ ਤੋਂ ਕੈਨੇਡਾ ਪਿੱਛੇ ਰਹਿ ਗਿਆ ਸੀ, ਜਿਸ ਕਰਕੇ 50,000 ਦਾ ਵਾਧਾ ਇਸ ਟਾਰਗੇਟ ਵਿੱਚ ਕੀਤਾ ਗਿਆ ਸੀ, ਜਿਸ ਨੂੰ ਹੁਣ ਪੂਰਾ ਕਰ ਲਿਆ ਜਾਵੇਗਾ।
ਇਸ ਦੇ ਨਾਲ ਉਹਨਾਂ ਨੇ ਕਿਹਾ ਕਿ 40,000 ਅਫਗਾਨੀ ਰਿਫਿਊਜੀਆਂ ਨੂੰ ਵੀ ਕੈਨੇਡਾ 'ਚ ਸੈਟਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ 6750 ਰਿਫਿਊਜੀ ਹੁਣ ਤੱਕ ਕੈਨੇਡਾ ਆ ਚੁੱਕੇ ਨੇ ਅਤੇ ਉਮੀਦ ਹੈ ਕਿ ਇਸੇ ਹਫ਼ਤੇ ਇਹਨਾਂ ਦੀ ਗਿਣਤੀ 7,000 ਤੱਕ ਹੋ ਜਾਵੇਗੀ। ਉਹਨਾਂ ਦੱਸਿਆ ਕਿ ਹੋ ਸਕਦਾ ਕਿ ਅਗਲੇ ਸਾਲ ਤੱਕ ਇਹ 40,000 ਰਿਫਿਊਜੀ ਕੈਨੇਡਾ ਪਹੁੰਚ ਜਾਣ। 15 ਜਨਵਰੀ ਤੋਂ ਇੱਕ ਨਵਾਂ ਨਿਯਮ ਲਾਗੂ ਹੋਇਆ ਸੀ ਜਿਹਦੇ ਵਿੱਚ ਫੁੱਲੀ ਵੈਕਸੀਨੇਟਡ ਜਿਹੜੇ ਟਰੱਕ ਡਰਾਈਵਰ ਆ ਉਹ ਬੇਰੋਕ ਟੋਕ ਜਿਹੜੇ ਆ ਕੈਨੇਡਾ 'ਚ ਆ ਸਕਦੇ ਨੇ, ਪਰ ਜੇ ਕਿਸੇ ਦੇ ਵੈਕਸੀਨ ਨਹੀਂ ਲੱਗੀ ਹੋਈ ਤਾਂ ਉਹਨਾਂ ਨੂੰ ਕੁਆਰੰਟੀਨ ਕਰਨਾ ਪਵੇਗਾ। ਇਸ ਨਾਲ ਕਿਵੇਂ ਪ੍ਰਭਾਵ ਪਿਆ ਤੇ ਇਹਦੇ ਖਿਲਾਫ ਕਿਵੇਂ ਰੋਸ ਪ੍ਰਦਰਸ਼ਨ ਹੋ ਰਿਹਾ, ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਕੈਨੇਡਾ ਸਰਕਾਰ ਵੱਲੋਂ 15 ਜਨਵਰੀ ਤੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ ਸੀ, ਜਿਸ ਵਿੱਚ ਜੇਕਰ ਕੋਈ ਟਰੱਕ ਡਰਾਈਵਰ ਡਬਲ ਵੈਕਸੀਨੇਟਡ ਨਹੀਂ ਹੈ ਤਾਂ ਉਸ ਨੂੰ ਕੈਨੇਡਾ ਆ ਕੇ ਕੁਆਰੰਟੀਨ ਕਰਨਾ ਪਵੇਗਾ ਅਤੇ ਜੇਕਰ ਉਹ ਟਰੱਕ ਨਾਨ ਕੈਨੇਡੀਅਨ ਹੈ ਤਾਂ ਉਸ ਨੂੰ ਬਾਰਡਰ ਤੋਂ ਹੀ ਵਾਪਸ ਮੋੜ ਦਿੱਤਾ ਜਾਵੇਗਾ। BC ਟਰੱਕਿੰਗ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਆਟਵਾ ਵੱਲੋਂ ਇਹ ਨਵਾਂ ਰੂਲ ਲਾਗੂ ਕੀਤਾ ਗਿਆ, ਇਸ ਨਾਲ ਇਕੱਲੇ ਬ੍ਰਿਟਿਸ਼ ਕੋਲੰਬੀਆ ਦੇ ਹੀ 10 ਤੋਂ 15% ਡਰਾਈਵਰ ਪ੍ਰਭਾਵਿਤ ਹੋਏ ਨੇ, ਜੋ ਕਿ ਪਹਿਲਾਂ ਅਮਰੀਕਾ ਬਾਰਡਰ ਪਾਰ ਕਰਕੇ ਟਰੱਕ ਚਲਾਉਂਦੇ ਸਨ ਅਤੇ ਸਪਲਾਈ ਚੇਨ ਵਿੱਚ ਆਪਣਾ ਹਿੱਸਾ ਪਾਉਂਦੇ ਸਨ। ਉਹਨਾਂ ਨੇ ਕਿਹਾ ਕਿ ਇਹਨਾਂ ਡਰਾਈਵਰਾਂ ਦੀ ਗਿਣਤੀ 800 ਤੋਂ 1000 ਤੱਕ ਬਣਦੀ ਹੈ, ਜੋ ਹੁਣ ਬਾਰਡਰ ਪਾਰ ਨਹੀਂ ਕਰ ਸਕਣਗੇ। BC ਟਰੱਕਿੰਗ ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਇਸ ਸਾਲ ਪਹਿਲਾਂ ਹੀ BC ਦੀ ਸਪਲਾਈ ਚੇਨ ਨੂੰ ਕਾਫੀ ਧੱਕਾ ਲੱਗਿਆ ਹੈ, ਜੋ ਕਿ ਮੌਸਮ ਕਾਰਨ ਪਹਿਲਾਂ ਜੰਗਲੀ ਅੱਗਾਂ ਕਰਕੇ, ਫਿਰ ਹੜ੍ਹਾਂ ਕਰਕੇ, ਰੋਡ ਟੁੱਟਣ ਕਰਕੇ ਤੇ ਉਸ ਤੋਂ ਬਾਅਦ ਭਾਰੀ ਬਰਫ਼ਬਾਰੀ ਕਰਕੇ ਵੀ ਕੁਝ ਨਾ ਕੁਝ ਪ੍ਰਭਾਵ ਪਿਆ ਅਤੇ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਦਾ ਇਹ ਨਵਾਂ ਬਿਆਨ ਵੀ ਜ਼ਰੂਰ ਪ੍ਰਭਾਵ ਪਾਵੇਗਾ। ਉਧਰ ਮੈਨੀਟੋਬਾ ਵਿੱਚ ਅੱਜ ਇਸ ਨਵੇਂ ਨਿਯਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਕਈ ਟਰੱਕ ਡਰਾਈਵਰਾਂ ਵੱਲੋਂ ਅੱਜ ਮੈਨੀਟੋਬਾ ਦੇ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਇੱਕ ਪਰੇਡ ਕੱਢੀ ਗਈ। ਹਾਈਵੇ 75 ਉੱਤੇ ਇਹ ਪਰੇਡ ਕੱਢੀ ਗਈ, ਜਿਸ ਦੇ ਵਿੱਚ ਟਰੰਪ ਦਾ ਸਮਰਥਨ ਕਰਦਾ ਝੰਡਾ ਵੀ ਦੇਖਿਆ ਗਿਆ ਅਤੇ ਇਹਨਾਂ ਵੱਲੋਂ ਮੰਗ ਕੀਤੀ ਗਈ ਕਿ ਇੱਥੇ ਹਰ ਤਰੀਕੇ ਦੇ ਵੈਕਸੀਨ ਮੈਂਡੇਟ ਉੱਤੇ ਰੋਕ ਲੱਗਣੀ ਚਾਹੀਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਜਿਹੜਾ ਕਾਨੂੰਨ ਕੈਨੇਡਾ ਵੱਲੋਂ ਲਾਗੂ ਕੀਤਾ ਗਿਆ, ਬਿਲਕੁਲ ਇਸੇ ਤਰੀਕੇ ਦਾ ਕਾਨੂੰਨ ਹੀ 22 ਜਨਵਰੀ ਤੋਂ ਅਮਰੀਕਾ ਵੱਲੋਂ ਵੀ ਲਾਗੂ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਹੁਣ ਡਬਲ ਵੈਕਸੀਨੇਟਡ ਲੋਕ ਹੀ ਅਮਰੀਕਾ ਦਾ ਬਾਰਡਰ ਪਾਰ ਕਰ ਸਕਣਗੇ, ਜਦਕਿ ਹੁਣ ਤੱਕ ਐਸੈਂਸ਼ੀਅਲ ਵਰਕਰਸ ਨੂੰ ਫੁੱਲੀ ਵੈਕਸੀਨੇਟਡ ਨਾ ਹੋਣ ਤੇ ਵੀ ਬਾਰਡਰ ਪਾਰ ਕਰਨ ਦਿੱਤਾ ਜਾ ਰਿਹਾ ਸੀ ਅਤੇ ਇਹਨਾਂ ਨੂੰ ਇੱਕ ਖਾਸ ਛੋਟ ਮਿਲੀ ਸੀ। ਪਰ 15 ਜਨਵਰੀ ਤੋਂ ਕੈਨੇਡਾ ਅਤੇ 22 ਜਨਵਰੀ ਤੋਂ ਅਮਰੀਕਾ ਨੇ ਇਹ ਛੋਟ ਖਤਮ ਕਰ ਦਿੱਤੀ ਹੈ। ਸਰੀ ਦੇ ਵਿੱਚ ਅੱਜ ਇੱਕ ਹਾਦਸਾ ਵਾਪਰਿਆ, ਜਿੱਥੇ ਇੱਕ SUV ਕਾਰ ਇੱਕ ਰੈਸਟੋਰੈਂਟ ਦੇ ਅੰਦਰ ਦਾਖਲ ਹੋ ਗਈ। ਹਾਲਾਂਕਿ ਇਹ ਦਾਖਲ ਕਿਵੇਂ ਹੋਈ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਕੋਈ ਗੰਭੀਰ ਵਿਅਕਤੀ ਇਸ 'ਚ ਜ਼ਖਮੀ ਨਹੀਂ ਹੋਇਆ, ਪਰ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਸਰੀ 'ਚ ਅੱਜ ਸਵੇਰੇ ਇੱਕ ਅਜਿਹੀ ਘਟਨਾ ਵਾਪਰੀ ਜਿੱਥੇ ਇੱਕ ਰੈਸਟੋਰੈਂਟ ਦੇ ਅੰਦਰ ਇੱਕ ਕਾਰ ਚਲੀ ਗਈ। ਇਹ ਕਾਰ ਸਾਰੀਆਂ ਰੋਕਾਂ ਤੋੜਦੀ ਹੋਈ ਰੈਸਟੋਰੈਂਟ ਦੇ ਸਿਟਿੰਗ ਏਰੀਆ ਤੱਕ ਪਹੁੰਚ ਗਈ, ਜਿੱਥੇ ਉਸਨੇ ਕਾਫੀ ਰੈਸਟੋਰੈਂਟ ਦਾ ਨੁਕਸਾਨ ਕਰ ਦਿੱਤਾ, ਜਿਸ ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ ਸਰੀ ਦੇ ਕਲੋਵਡਨ ਇਲਾਕੇ ਵਿੱਚ 180 ਸਟਰੀਟ ਅਤੇ 56 ਐਵਨਿਊ ਉੱਤੇ ਵਾਪਰੀ, ਜਿੱਥੇ ਇੱਕ ਚਿੱਟੇ ਰੰਗ ਦੀ ਹੋਂਡਾ HRV ਸਾਰੀਆਂ ਰੋਕਾਂ ਤੋੜਦੇ ਹੋਏ ਵੈਂਟਿਸ ਦੇ ਸਿਟਿੰਗ ਏਰੀਆ ਵਿੱਚ ਜਾ ਪਹੁੰਚੀ, ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਵਿੱਚ ਹੋਰ ਕੋਈ ਵਹੀਕਲ ਸ਼ਾਮਲ ਨਹੀਂ ਹੈ। ਇਹ ਇੱਕ ਸਿੰਗਲ ਵਹੀਕਲ ਕੋਲੀਸ਼ਨ ਹੈ ਜੋ ਕਾਰ ਬੇਕਾਬੂ ਹੋ ਕੇ ਵਿੰਡੀਜ਼ ਰੈਸਟੋਰੈਂਟ ਦੇ ਅੰਦਰ ਤੱਕ ਪਹੁੰਚ ਗਈ ਅਤੇ ਜਿਸ ਸੰਬੰਧੀ ਹੁਣ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਰਾਹਤ ਦੀ ਖਬਰ ਇਹ ਵੀ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਨਹੀਂ ਆਈ ਹੈ। ਕਾਰ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਲਿਆ ਗਿਆ ਅਤੇ ਇਸ ਨੂੰ ਪੁਲਿਸ ਟੋ ਕਰਕੇ ਲੈ ਗਈ ਹੈ। ਇਸ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀਆਂ ਨੇ। ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗਾ ਕਿ ਕਿਹਨਾਂ ਕਾਰਨਾਂ ਕਰਕੇ ਇਹ ਘਟਨਾ ਵਾਪਰੀ ਹੈ। ਕਿਊਬਕ 'ਚ ਕਰੋਨਾ ਵਾਇਰਸ ਕਾਰਨ 54 ਲੋਕਾਂ ਦੀ ਮੌਤ ਹੋਈ ਹੈ ਤੇ ਉੱਥੇ ਹੀ ਹਸਪਤਾਲਾਂ 'ਚ ਦਾਖਲ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਕਿਊਬਕ ਵਿੱਚ ਅੱਜ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 8 ਲੱਖ ਨੂੰ ਪਾਰ ਕਰ ਗਈ ਹੈ। ਕਿਊਬਕ ਵਿੱਚ ਅੱਜ 5400 ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਹੁਣ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਊਬਕ ਵਿੱਚ ਕੋਵਿਡ ਦੇ 8,01,153 ਮਾਮਲੇ ਸਾਹਮਣੇ ਆ ਚੁੱਕੇ ਨੇ। ਹਾਲਾਂਕਿ ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਟੈਸਟਿੰਗ ਗਾਈਡਲਾਈਨਸ ਦੇ ਮੁਤਾਬਕ ਜਿਸ ਤਰੀਕੇ ਨਾਲ ਟੈਸਟ ਹੋ ਰਹੇ ਨੇ ਉਸ ਨਾਲ ਅਸਲੀ ਕੇਸਾਂ ਦੀ ਗਿਣਤੀ ਸਾਹਮਣੇ ਨਹੀਂ ਆ ਰਹੀ ਹੈ। ਉੱਥੇ ਹੀ ਬੀਤੇ 24 ਘੰਟਿਆਂ ਦੌਰਾਨ ਕਿਊਬਕ ਵਿੱਚ 54 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਇੱਥੇ ਮਰਨ ਵਾਲਿਆਂ ਦੀ ਕੁੱਲ ਗਿਣਤੀ 12,364 ਤੱਕ ਪਹੁੰਚ ਗਈ ਹੈ।
ਬੀਤੇ ਸ਼ੁੱਕਰਵਾਰ ਤੋਂ ਲੈ ਕੇ ਹੁਣ ਤੱਕ 171 ਲੋਕਾਂ ਦੀ ਮੌਤ ਕੋਵਿਡ ਕਰਕੇ ਕਿਊਬਕ ਵਿੱਚ ਹੋ ਚੁੱਕੀ ਹੈ। ਕਿਊਬਕ ਦੇ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ ਅਤੇ ਹੁਣ 3381 ਲੋਕ ਹਸਪਤਾਲ ਦਾਖਲ ਨੇ, ਜਿਹਦੇ ਵਿੱਚੋਂ 286 ਲੋਕ ICU ਵਿੱਚ ਦਾਖਲ ਨੇ। ਬੀਤੇ 24 ਘੰਟਿਆਂ ਦੌਰਾਨ 303 ਲੋਕ ਹੋਰ ਹਸਪਤਾਲ ਦਾਖਲ ਹੋਏ ਨੇ, ਜਦਕਿ 222 ਲੋਕਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਕਿਊਬਕ ਵਿੱਚ 8 ਲੱਖ ਵਿੱਚੋਂ ਹੁਣ ਤੱਕ 7,34,650 ਲੋਕ ਕੋਵਿਡ ਤੋਂ ਠੀਕ ਵੀ ਹੋ ਚੁੱਕੇ ਨੇ। ਕਿਊਬਕ ਦੇ ਵਿੱਚ ਬੂਸਟਰ ਸ਼ਾਟ ਲਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ 32% ਲੋਕਾਂ ਦੇ ਬੂਸਟਰ ਸ਼ਾਟ ਲੱਗ ਚੁੱਕਾ ਹੈ। ਬੀਤੇ 24 ਘੰਟਿਆਂ ਵਿੱਚ 80,519 ਲੋਕਾਂ ਦੇ ਵੈਕਸੀਨ ਕਿਊਬਕ ਵਿੱਚ ਲਾਈ ਗਈ ਹੈ। ਕਿਊਬਕ ਵਿੱਚ ਅੱਜ ਕੁਝ ਪਾਬੰਦੀਆਂ ਤੋਂ ਢਿੱਲ ਵੀ ਦਿੱਤੀ ਗਈ ਹੈ। ਜਿੱਥੇ ਸਰਕਾਰ ਨੇ ਰਾਤ ਨੂੰ ਕਰਫਿਊ ਲੱਗਣ ਵਾਲਾ ਫੈਸਲਾ ਵਾਪਸ ਲੈ ਲਿਆ, ਉੱਥੇ ਅੱਜ ਤੋਂ ਸਕੂਲ ਵੀ ਖੁੱਲ੍ਹੇ ਜਾਣੇ ਸਨ। ਹਾਲਾਂਕਿ ਕਈ ਹਿੱਸਿਆਂ ਵਿੱਚ ਮੌਸਮ ਖਰਾਬ ਹੋਣ ਕਰਕੇ ਕੁਝ ਬੱਚੇ ਅੱਜ ਕਿਊਬਕ ਵਿੱਚ ਵੀ ਸਕੂਲ ਨਹੀਂ ਪਹੁੰਚ ਸਕੇ ਨੇ। ਅੰਟਾਰੀਓ ਤੋਂ ਕੋਰੋਨਾ ਵਾਇਰਸ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਅਤੇ ਹਸਪਤਾਲਾਂ 'ਚ ਦਾਖਲ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਹਾਲਾਂਕਿ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਅੱਜ ਜਿਹੜੀ ਨਵੀਂ ਪਿੱਲ ਜਿਹੜੀ ਆ ਜਿਹਨੂੰ ਮਨਜ਼ੂਰੀ ਹੈਲਥ ਕੈਨੇਡਾ ਦਿੱਤੀ, ਉਹਦੇ ਆਉਣ ਤੇ ਖੁਸ਼ੀ ਜਤਾਈ ਆ ਤੇ ਉਮੀਦ ਜਤਾਈ ਆ ਕਿ ਇਹਦੇ ਆਉਣ ਤੋਂ ਬਾਅਦ ਹਸਪਤਾਲਾਂ 'ਚੋਂ ਦਾਖਲ ਲੋਕਾਂ ਦੀ ਗਿਣਤੀ ਘਟ ਜਾਵੇਗੀ, ਪਰ ਫਿਲਹਾਲ ਹਸਪਤਾਲਾਂ 'ਚ ਗਿਣਤੀ ਵੱਧ ਰਹੀ ਹੈ। ਅੰਟਾਰੀਓ 'ਚ ਬੀਤੇ 24 ਘੰਟਿਆਂ ਦੌਰਾਨ 8501 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ, ਜਦਕਿ 22 ਹੋਰ ਲੋਕਾਂ ਦੇ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਅੰਟਾਰੀਓ ਦੇ ਹਸਪਤਾਲਾਂ ਵਿੱਚ 3887 ਲੋਕ ਇਸ ਵਕਤ ਦਾਖਲ ਨੇ ਅਤੇ 538 ICU ਵਿੱਚ ਦਾਖਲ ਨੇ। ਇਸ ਦੇ ਨਾਲ ਇਹ ਵੀ ਦੱਸਿਆ ਗਿਆ ਕਿ ਵੀਕਐਂਡ ਉੱਤੇ ਅੰਟਾਰੀਓ ਦੇ ਸਾਰੇ ਹੀ ਹਸਪਤਾਲਾਂ ਨੇ ਸਰਕਾਰ ਦੇ ਕੋਲ ਇਸ ਵਕਤ ਰਿਪੋਰਟ ਦਾਖਲ ਨਹੀਂ ਕੀਤੀ ਹੈ, ਜਿਸ ਕਾਰਨ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਸ਼ਨੀਵਾਰ ਨੂੰ ਇਹ ਗਿਣਤੀ 4000 ਤੋਂ ਪਾਰ ਸੀ। ਸਰਕਾਰੀ ਅੰਕੜਿਆਂ ਅਨੁਸਾਰ ਇਸ ਵਕਤ ਅੰਟਾਰੀਓ ਵਿੱਚ 94,614 ਐਕਟਿਵ ਕੇਸ ਮੌਜੂਦ ਨੇ ਅਤੇ 8,500 ਤੋਂ ਵੱਧ ਮਾਮਲੇ ਬੀਤੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨੇ। ਪਰ ਸਿਹਤ ਮਾਹਰਾਂ ਵੱਲੋਂ ਨਾਲ ਹੀ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਸ ਵਕਤ ਟੈਸਟਿੰਗ ਗਾਈਡਲਾਈਨਸ ਵਿੱਚ ਬਦਲਾਅ ਹੋਣ ਕਾਰਨ ਅਸਲੀ ਮਾਮਲੇ ਸਾਹਮਣੇ ਨਹੀਂ ਆ ਰਹੇ ਨੇ ਅਤੇ ਅਸਲੀ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਉੱਥੇ ਹੀ ਅੰਟਾਰੀਓ ਦੀ ਸਿਹਤ ਮੰਤਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਹੁਣ ਅੰਟਾਰੀਓ ਵਿੱਚ 5 ਸਾਲ ਤੋਂ ਲੈ ਕੇ 11 ਸਾਲ ਦੇ ਦਰਮਿਆਨ 50% ਐਲੀਜੀਬਲ ਬੱਚਿਆਂ ਦੇ ਕੋਵਿਡ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ, ਜਦਕਿ ਬੂਸਟਰ ਸ਼ਾਟ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਉੱਥੇ ਹੀ ਹੈਲਥ ਕੈਨੇਡਾ ਵੱਲੋਂ ਅੱਜ ਮਨਜ਼ੂਰ ਕੀਤੀ ਗਈ ਐਂਟੀਵਾਇਰਲ ਪਿੱਲ ਭਾਵਕੀ ਗੋਲੀ ਤੋਂ ਵੀ ਅੰਟਾਰੀਓ ਨੂੰ ਖਾਸੀਆਂ ਉਮੀਦਾਂ ਨੇ। ਅੰਟਾਰੀਓ ਨੂੰ ਉਮੀਦ ਹੈ ਕਿ ਉਹਨਾਂ ਨੂੰ ਜਲਦੀ ਹੀ ਇਸ ਗੋਲੀ ਦੀਆਂ 10,000 ਖੁਰਾਕਾਂ ਮਿਲ ਜਾਣਗੀਆਂ, ਜਿਸ ਤੋਂ ਬਾਅਦ ਹਸਪਤਾਲਾਂ 'ਚ ਦਾਖਲ ਲੋਕਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇਗਾ, ਕਿਉਂਕਿ ਇਹ ਗੋਲੀ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਇਸ ਵਕਤ ਕਾਫੀ ਬਿਮਾਰ ਨੇ ਜਾਂ ਹਾਈ ਰਿਸਕ ਵਿੱਚ ਨੇ ਅਤੇ ਇਸ ਗੋਲੀ ਦਾ ਅਸਰ 99% ਪਾਇਆ ਗਿਆ ਅਤੇ ਜਿਸ ਤੋਂ ਉਮੀਦ ਇਹ ਹੈ ਕਿ ਹਸਪਤਾਲਾਂ 'ਚ ਦਾਖਲ ਲੋਕਾਂ ਦੀ ਗਿਣਤੀ ਇਸ ਗੋਲੀ ਨਾਲ ਘਟ ਸਕਦੀ ਹੈ। ਬੀਤੇ 24 ਘੰਟਿਆਂ ਦੌਰਾਨ ਅੰਟਾਰੀਓ ਵਿੱਚ 37,059 ਕੋਵਿਡ ਟੈਸਟ ਹੋਏ ਨੇ ਅਤੇ ਇਹਨਾਂ ਦਾ ਪੋਜ਼ਿਟਿਵਿਟੀ ਰੇਟ 24.2 ਪਾਇਆ ਗਿਆ, ਜਿਸ ਵਿੱਚੋਂ ਇੰਨੇ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ। ਸੋ ਜਾਂਦੇ ਨਜ਼ਰ ਮਾਰਦੇ ਹਾਂ ਇੱਕ ਵਾਰੀ ਫਿਰ ਅੱਜ ਦੀਆਂ ਚੋਣਵੀਆਂ ਖਬਰਾਂ ਤੇ। ਅੰਟਾਰੀਓ 'ਚ ਬਰਫੀਲੇ ਤੂਫਾਨ ਨਾਲ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ। ਪ੍ਰੀਮੀਅਰ ਡਗ ਫੋਰਡ ਵੀ ਨਜ਼ਰ ਆਏ ਸੜਕਾਂ ਤੇ, ਕੀਤੀ ਲੋਕਾਂ ਦੀ ਮਦਦ। ਹੈਲਥ ਕੈਨੇਡਾ ਨੇ ਦਿੱਤੀ ਕੋਰੋਨਾ ਵਾਇਰਸ ਲਈ ਗੋਲੀ ਨੂੰ ਮਨਜ਼ੂਰੀ, ਬਿਮਾਰ ਲੋਕਾਂ ਦਾ ਹੁਣ ਹੋ ਸਕੇਗਾ ਇਲਾਜ। ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵਾਂ ਐਲਾਨ, ਨਵੇਂ ਪ੍ਰਵਾਸੀਆਂ ਲਈ $35 ਮਿਲੀਅਨ ਦਾ ਐਲਾਨ। ਸਰੀ 'ਚ ਵਾਪਰਿਆ ਸੜਕ ਹਾਦਸਾ, ਰੈਸਟੋਰੈਂਟ ਦੇ ਅੰਦਰ ਵੜੀ ਕਾਰ ਅਤੇ ਕਿਊਬਕ ਵਿੱਚ ਕੋਰੋਨਾ ਕਰਕੇ 54 ਹੋਰ ਲੋਕਾਂ ਦੀ ਮੌਤ। ਅੰਟਾਰੀਓ 'ਚ ਵੀ ਵਧੀ ਗਿਣਤੀ। ਸੋ ਇਹ ਸੀ ਅੱਜ ਦਾ ਖਾਸ ਨਿਊਜ਼ ਬੁਲਟਨ। ਸੋ ਇਸੇ ਤਰੀਕੇ ਨਾਲ ਅਸੀਂ ਅਹਿਮ ਤੇ ਨਵੀਆਂ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ TV ਪੰਜਾਬ।